ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਨੰਬਰ 280। ਤਿੰਨ ਬੰਦ ਆਪਣੇ ਹੋ ਚੁੱਕੇ ਨੇ। ਚੌਥੇ ਬੰਦ ਤੋਂ ਆਪਾਂ ਅੱਜ ਆਰੰਭਤਾ ਕਰਨੀ ਹੈ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿਤ। ਸੰਤ ਕੇ ਦੋਖੀ ਕਉ ਡਾਨ ਲਾਗੈ, ਸੰਤ ਕੇ ਦੋਖੀ ਕੋ ਸਭ ਤਿਆਗੈ। ਸੰਤ ਕਾ ਦੋਖੀ ਸਦਾ ਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿਤ। ਸੰਤ ਕੇ ਦੋਖੀ ਕੋ ਡਾਨ ਲਾਗੈ, ਸੰਤ ਕੇ ਦੋਖੀ ਕਉ ਸਭ ਤਿਆਗੈ। ਹੁਣ ਜੋ ਸੰਤ ਜਨਾਂ ਦਾ ਦੋਖੀ ਹੁੰਦਾ ਹੈ ਉਹ ਸਦਾ ਹੀ ਅਪਵਿੱਤਰ ਹੁੰਦਾ ਹੈ, ਭਾਵ ਪਵਿੱਤਰ। ਉਹਦੇ ਮਨ ਦੇ ਵਿੱਚ ਜੋ ਕਰਮ ਨੇ ਮਾੜੇ ਹੁੰਦੇ ਨੇ। ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿਤ, ਉਸ ਦੇ ਉੱਤੇ ਕੋਈ ਵੀ ਭਰੋਸਾ ਨਹੀਂ ਕਰਦਾ, ਭਾਵ ਉਹ ਭਰੋਸੇ ਕਰਨ ਯੋਗ ਨਹੀਂ ਹੁੰਦਾ, ਭਰੋਸਾ ਨਹੀਂ ਕੀਤਾ ਜਾ ਸਕਦਾ। ਸੰਤ ਕੇ ਦੋਖੀ ਕੋ ਡਾਨ ਲਾਗੈ, ਤੇ ਉਹਨੂੰ ਹਮੇਸ਼ਾ ਹੀ ਫਿਰ ਡਨ ਹੀ ਮਿਲਦਾ। ਡਨ ਕਿਸ ਚੀਜ਼ ਦਾ? ਦੁੱਖਾਂ ਦਾ। ਸਦਾ ਦੁੱਖ ਭੋਗਦਾ ਰਹਿੰਦਾ। ਸੰਤ ਕੇ ਦੋਖੀ ਕੋ ਸਭ ਤਿਆਗੈ। ਕੋਈ ਵੀ ਹੁਣ ਉਹਦੇ ਨਾਲ ਮਿੱਤਰਤਾ ਬਣਾਉਣ ਦੇ ਲਈ ਤਿਆਰ ਨਹੀਂ ਹੁੰਦਾ, ਸਭ ਉਹਦਾ ਤਿਆਗ ਹੀ ਕਰਦੇ ਨੇ, ਸਭ ਉਸ ਨੂੰ ਛੱਡਦੇ ਹੀ ਨੇ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਬਿਕਾਰੀ। ਤੇ ਉਸ ਦੇ ਮਨ ਦੇ ਵਿੱਚ ਹਮੇਸ਼ਾ ਹੀ ਹੰਕਾਰ ਦੇ ਨਾਲ ਭਰਿਆ ਰਹਿੰਦਾ, ਆਕੜਪੁਣਾ। ਤੇ ਸੰਤ ਕਾ ਦੋਖੀ ਸਦਾ ਬਿਕਾਰੀ, ਤੇ ਮਨ ਦੇ ਵਿੱਚ ਸਦਾ ਹੀ ਈਰਖਾ ਦੀ, ਦਵੈਸ਼ ਦੀ, ਦੂਸਰੇ ਦੀ ਨਿੰਦਿਆ ਕਰਨ ਦਾ, ਚੁਗਲੀ ਕਰਨ ਦੇ ਜਿਹੜੇ ਵਿਕਾਰ ਨੇ, ਵਿਚਾਰ ਨੇ ਬੰਦੇ ਦੇ ਮਨ ਦੇ ਵਿੱਚ ਚੱਲਦੇ ਰਹਿੰਦੇ ਨੇ। ਸਦਾ ਹੀ ਉਹ ਵਿਕਾਰੀ ਹੁੰਦਾ। ਸੰਤ ਕਾ ਦੋਖੀ ਜਨਮਹਿ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਤੇ ਹੁਣ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਉਹ ਫਿਰ ਜਨਮ ਮਰਨ ਦੇ ਗੇਟ ਦੇ ਵਿੱਚ ਪਿਆ ਰਹਿੰਦਾ, ਆਵਾਗੁਣ ਤੋਂ ਛੁਟਕਾਰਾ ਨਹੀਂ ਹੁੰਦਾ। ਉਹ ਜੰਮਦਾ ਮਰਦਾ ਰਹਿੰਦਾ, ਜੂਨਾਂ ਦੇ ਵਿੱਚ ਭਟਕਦਾ ਰਹਿੰਦਾ। ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਤੇ ਉਹਦੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਸੁੱਖ ਨੇ, ਸੁੱਖਾਂ ਦਾ ਨਾਸ਼ ਹੋ ਜਾਂਦਾ, ਸੁੱਖ ਖਤਮ ਹੋ ਜਾਂਦੇ ਨੇ, ਤੇ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਰਹਿੰਦੇ ਨੇ। ਸੰਤ ਕੇ ਦੋਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲਈ ਮਿਲਾਈ। ਕੱਲ ਵੀ ਆਪਾਂ ਗੱਲ ਕੀਤੀ ਵੀ ਉਸ ਨੂੰ ਕਿਸੇ ਜਗ੍ਹਾ ਦੇ ਉੱਤੇ ਟਿਕਾਣਾ ਨਹੀਂ। ਇਹਾਂ ਸੁੱਖ ਨਹੀਂ ਦਰਗਾਹ ਟੋਈ, ਨਾ ਤੇ ਸੰਸਾਰ ਦੇ ਅੰਦਰ ਸੁੱਖ ਹੈ, ਤੇ ਨਾ ਹੀ ਫਿਰ ਰੱਬ ਦੇ ਦਰ ਦੇ ਉੱਤੇ, ਰੱਬ ਦੀ ਦਰਗਾਹ ਦੇ ਵਿੱਚ ਉਹਨੂੰ ਕੋਈ ਢੋ ਮਿਲਦੀ ਹੈ, ਉਹਨੂੰ ਜਗ੍ਹਾ ਮਿਲਦੀ ਹੈ, ਟਿਕਾਣਾ ਮਿਲਦਾ ਹੈ।
ਤੇ ਇਸੇ ਪ੍ਰਕਾਰ ਜਿਹੜਾ ਸੰਤ ਜਨਾਂ ਦਾ ਦੁਖੀ ਹੁੰਦਾ ਹੈ, ਉਹਨੂੰ ਕਿਤੇ ਵੀ ਥਾਂ ਨਹੀਂ, ਨਾਨਕ ਸੰਤ ਭਾਵੈ ਤਾਂ ਲੈ ਮਲਾਈ। ਹੇ ਨਾਨਕ, ਜੇਕਰ ਸੰਤ ਨੂੰ ਚੰਗਾ ਲੱਗੇ, ਜੋ ਰੱਬ ਦੇ ਪਿਆਰੇ ਨੇ, ਰੱਬ ਦੀ ਭਗਤ ਕਰਨ ਵਾਲੇ, ਬੰਦਗੀ ਕਰਨ ਵਾਲੇ ਨੇ, ਉਹਨਾਂ ਨੂੰ ਜੇਕਰ ਭਾ ਜਾਵੇ, ਚੰਗਾ ਲੱਗੇ, ਤੇ ਉਹ ਉਸ ਨੂੰ ਇਸ ਅਵਸਥਾ ਦੇ ਵਿੱਚੋਂ, ਇਸ ਮਾੜੇ ਕਰਮ ਦੇ ਵਿੱਚੋਂ ਕੱਢ ਕੇ ਆਪਣੇ ਨਾਲ ਮਿਲਾ ਲੈਂਦੇ ਨੇ, ਉਹਨੂੰ ਆਪਣੇ ਨਾਲ ਜੋੜ ਦਿੰਦੇ ਨੇ। ਸੰਤ ਕਾ ਦੁਖੀ ਅਧ ਬੀਜ ਤੇ ਟੁਟੈ, ਸੰਤ ਕਾ ਦੁਖੀ ਕਿਤੈ ਕਾਜ ਨ ਪਹੁੰਚੈ। ਤੇ ਸੰਤ ਜਿਨ੍ਹਾਂ ਦੀ ਨਿੰਦਿਆ ਕਰਨ ਵਾਲਾ ਕੋਈ ਵੀ ਕੰਮ ਕਰਦਾ ਵੀ ਕੰਮ ਅਧੂਰਾ ਹੀ ਰਹਿੰਦਾ, ਤੇ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਜਿਹੜਾ ਉਸ ਦਾ ਕਾਰਜ ਨੇਪਰੇ ਚੜ੍ਹਦਾ ਹੋਵੇ, ਉਹਦਾ ਕਾਰਜ ਪੂਰਾ ਹੁੰਦਾ ਹੋਵੇ। ਸੰਤ ਕੇ ਦੋਖੀ ਕੋ ਉਦਿਆਨ ਪਰਮਾਈਐ, ਸੰਤ ਕਾ ਦੋਖੀ ਉਜੜ ਪਾਈਐ। ਤੇ ਉਹਦੀ ਜ਼ਿੰਦਗੀ ਦੇ ਵਿੱਚ ਸਦਾ ਦੇ ਲਈ ਉਜਾੜ ਹੀ ਬਣਿਆ ਰਹਿੰਦਾ, ਅੰਦਰੋਂ ਉਜੜਿਆ ਜਾਂ ਅੰਦਰੋਂ ਖਤਮ ਜਿਹਾ, ਕਿਉਂਕਿ ਕਿਸੇ ਨਾਲ ਮਿਲਵਰਤਨ ਨਹੀਂ ਹੈ। ਜਦੋਂ ਕੋਈ ਉਹਦੇ ਨਾਲ ਰਹਿਣਾ ਪਸੰਦ ਨਹੀਂ ਕਰਦਾ, ਉਹਦੇ ਨਾਲ ਦੋਸਤੀ ਕਰਨਾ ਪਸੰਦ ਨਹੀਂ ਕਰਦਾ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਉਸ ਬੰਦੇ ਦੇ ਜਿਹੜੇ ਹਾਲਾਤ ਨੇ ਉਹ ਇਸੇ ਪ੍ਰਕਾਰ ਨੇ ਜਿਵੇਂ ਜੰਗਲ ਦੇ ਵਿੱਚ ਭਟਕਦਾ ਹੋਵੇ। ਉਜੜ ਦਾ ਅਰਥ ਵੀ ਉਜੜੀ ਹੋਈ ਜਗ੍ਹਾ, ਕੁਰਾਹਾ ਲਾ ਲਵੋ ਤੁਸੀਂ, ਕੁਰਾਹੀ, ਜੋ ਕੁਰਾਹੀ ਪਿਆ ਹੋਇਆ ਹੈ, ਤੇ ਇਹਦੇ ਕਰਕੇ ਵੀ ਉਹਦੀ ਜ਼ਿੰਦਗੀ ਦੇ ਵਿੱਚ ਉਜਾੜ ਜਿਹਾ ਬਣਿਆ ਰਹਿੰਦਾ ਹੈ। ਵੀ ਜਿਵੇਂ ਜੰਗਲ ਦੇ ਵਿੱਚ ਕੋਈ ਇਕੱਲਾ ਲੱਗਾ ਫਿਰਦਾ, ਨਾ ਇੱਧਰ ਨਾ ਉੱਧਰ, ਇਸੇ ਪ੍ਰਕਾਰ ਉਹ ਜ਼ਿੰਦਗੀ ਦੇ ਵਿੱਚ ਵੇਖਣ ਨੂੰ ਬੜੇ ਲੋਕ ਨੇ, ਪਰ ਉਹ ਇਕੱਲਾਪਨ ਹੈ ਜਿਹੜਾ ਮਹਿਸੂਸ ਕਰਦਾ ਹੈ। ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉ ਸਾਸ ਬਿਨਾ ਮਿਰਤਕ ਕੀ ਲੋਤਾ। ਹੁਣ ਨਿੰਦਿਆ ਕਰਨ ਵਾਲੇ ਦਾ ਅੰਦਰ ਵੀ ਥੋਥਾ ਹੋਵੇਗਾ, ਖਾਲੀ ਹੋਵੇਗਾ। ਹੁਣ ਉਹਦੇ ਪੱਲੇ ਕੁਝ ਵੀ ਨਹੀਂ ਹੋਵੇਗਾ, ਕੋਈ ਭਗਤ ਬੰਦਗੀ ਨਹੀਂ, ਕੋਈ ਰੱਬ ਦਾ ਸਿਮਰਨ ਨਹੀਂ, ਪ੍ਰਮਾਤਮਾ ਦਾ ਸਿਮਰਨ ਨਹੀਂ, ਉਹ ਅੰਦਰੋਂ ਖਾਲੀ ਹੈ। ਤੇ ਫਿਰ ਕਿਵੇਂ? ਜਿਵੇਂ ਬੰਦੇ ਦੇ ਜਿੰਨੇ ਸਮੇਂ ਤੱਕ ਸਵਾਸ ਚੱਲ ਰਹੇ ਨੇ, ਉਨੇ ਸਮੇਂ ਤੱਕ ਮਨੁੱਖ ਕਾਰਜ ਕਰ ਰਹੇ ਆ, ਸਾਨੂੰ ਵੇਖ ਰਹੇ ਆ, ਅਸੀਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਬੋਲ ਰਹੇ ਹਾਂ। ਤੇ ਜਦੋਂ ਇਹਦੇ ਵਿੱਚੋਂ ਸਵਾਸ ਨਿਕਲ ਜਾਂਦੇ ਨੇ, ਦੇਹ ਧਰੀ ਦੀ ਧਰੀ ਰਹਿ ਜਾਂਦੀ ਹੈ, ਹੱਥ ਕੰਮ ਕਰਨਾ ਬੰਦ ਕਰ ਜਾਂਦੇ ਨੇ, ਰਸਨਾ ਬੋਲਣਾ ਬੰਦ ਕਰ ਜਾਂਦੀ ਹੈ, ਕੰਨ ਸੁਣਨਾ ਬੰਦ ਕਰ ਜਾਂਦੇ ਨੇ, ਪੈਰ ਚੱਲਣਾ ਬੰਦ ਕਰ ਜਾਂਦੇ ਨੇ। ਕਹਿੰਦੇ ਜਿਵੇਂ ਸਵਾਸਾਂ ਤੋਂ ਬਿਨਾਂ ਜਿਹੜੀ ਸਰੀਰ ਹੈ, ਦੇਹ ਹੈ, ਉਹ ਕਿਸੇ ਵੀ ਕੰਮ ਦੀ ਨਹੀਂ, ਅੰਦਰੋਂ ਥੋਥੀ ਹੈ। ਉਨੇ ਸਮੇਂ ਤੱਕ ਉਹ ਕੰਮ ਹੁੰਦੀ ਹੈ ਜਿੰਨੇ ਸਮੇਂ ਤੱਕ ਉਹਦੇ ਅੰਦਰ ਸਵਾਸ ਨੇ, ਉਹ ਲੋਕਾਂ ਦੀ ਭਲਾਈ ਦੇ ਕੰਮ ਕਰੇਗਾ। ਤੇ ਦੂਜੇ ਪਾਸੇ ਵੀ ਜਿਹੜਾ ਸੰਤ ਜਨਾਂ ਦਾ ਨਿੰਦਕ ਹੈ, ਉਹ ਅੰਦਰੋਂ ਖਾਲੀ ਹੁੰਦਾ, ਉਹਦੇ ਕੋਲ ਨਿੰਦਿਆ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ ਹੁੰਦੀ, ਕੋਈ ਚੱਜ ਦੀ ਚੀਜ਼ ਨਹੀਂ, ਪ੍ਰਮਾਤਮਾ ਦਾ ਸਿਮਰਨ ਨਹੀਂ, ਪ੍ਰਮਾਤਮਾ ਦੀ ਬੰਦਗੀ ਨਹੀਂ, ਇਹਦੇ ਤੋਂ ਉਹ ਖਾਲੀ ਹੁੰਦਾ ਹੈ। ਸੰਤ ਕੇ ਦੋਖੀ ਕੀ ਜੜ ਕਿਛ ਨਹੀਂ, ਆਪਨ ਬੀਜ ਆਪੇ ਹੀ ਖਾਹੀ। ਹੁਣ ਨਿੰਦਿਆ ਕਰਨ ਵਾਲੇ ਦੀ ਜਿਹੜੀ ਜੜ ਹੈ, ਨੀਂਹ ਹੈ, ਜਿਹੜੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਅਸੀਂ ਨੀਂਹ ਰੱਖਣੀ ਹੈ, ਉਹ ਨਹੀਂ ਹੁੰਦੀ, ਕੋਈ ਜੜ ਨਹੀਂ ਹੁੰਦੀ, ਕੋਈ ਟਿਕਾਣਾ ਨਹੀਂ ਹੁੰਦਾ, ਕੋਈ ਥਾਂ ਨਹੀਂ। ਤੇ ਜਿਹੋ ਜਿਹਾ ਹੁਣ ਮਨੁੱਖ ਬੀਜੇਗਾ, ਆਪਣ ਬੀਜ ਆਪ ਹੀ ਖਾਏ। ਹੁਣ ਨਿੰਦਿਆ ਕਰ ਕਰਕੇ, ਨਿੰਦਿਆ ਕਰ ਕਰਕੇ ਇਹ ਬੀਜ ਪਾਉਂਦਾ ਰਿਹਾ, ਬੀਜ ਬੀਜਦਾ ਰਿਹਾ। ਹੁਣ ਕਿਸਾਨ ਹੈ ਜਿਹੜਾ, ਜਿਸ ਚੀਜ਼ ਦੀ ਖੇਤੀ ਕਰੇਗਾ ਤੇ ਫਲ ਵੀ ਉਹੀ ਪ੍ਰਾਪਤ ਹੋਵੇਗਾ। ਹੁਣ ਕਿਸਾਨ ਨੇ ਬੀਜਿਆ ਹੋਵੇ ਗੇਹੂੰ ਜ਼ਮੀਨ ਦੇ ਵਿੱਚ, ਹੁਣ ਉੱਥੋਂ ਹੋਰ ਕਿਸੇ ਫਸਲ ਦੀ ਭਾਲ ਕਰਦਾ ਫਿਰੇ, ਮੱਕਾ ਬੀਜਿਆ ਹੋਵੇ, ਕੋਈ ਝੋਨਾ ਲਾਇਆ ਹੋਵੇ, ਤੇ ਉਧਰੋਂ ਆਖੇ ਵੀ ਮੈਨੂੰ ਹੋਰ ਕੋਈ ਚੀਜ਼ ਮਿਲ ਜਾਵੇ, ਕਿਵੇਂ ਮਿਲੇਗਾ? ਜੋ ਬੀਜਿਆ ਹੈ ਉਸ ਦੀ ਪ੍ਰਾਪਤੀ ਹੋਣੀ ਹੈ। ਤੇ ਇਹ ਸਾਡਾ ਸਰੀਰ ਵੀ ਇੱਕ ਖੇਤ ਹੈ। ਇਸੇ ਕਰਕੇ ਬਾਬਾ ਕਬੀਰ ਸਿੰਘ ਜੀ ਨੇ ਆਖਿਆ ਸੀ ਨਾ, ਕਹਿਤ ਕਬੀਰ ਸੁਨੋ ਰੇ
संतो खेत ही करो नबेरा, अब की बार बख्श बंदे को बहु ना पौजल फेरा। शरीर भी साडा खेत है, ਇਹਦੇ ਵਿੱਚ ਵੀ ਅਸੀਂ ਬੀਜ ਬੀਜਣਾ ਹੈ, ਪਰ ਬੀਜ ਜਿਹੋ ਜਿਹਾ ਬੀਜਾਂਗੇ ਉਹ ਜੇ ਸਾਡੇ ਕਰਮ ਨਿਕਲਣਗੇ। ਜੋ ਅਸੀਂ ਅੱਜ ਬੀਜ ਬੀਜ ਰਹੇ ਹਾਂ ਉਹਦਾ ਕੱਲ ਸਾਨੂੰ ਫਲ ਮਿਲਣਾ ਹੈ, ਪਰਸੋਂ ਸਾਨੂੰ ਆਉਣ ਵਾਲੇ ਸਮੇਂ 'ਚ ਫਲ ਮਿਲੇਗਾ। ਚੰਗੇ ਬੀਜ ਬੀਜੇ ਹੋਣਗੇ, ਚੰਗੇ ਕਰਮ ਕੀਤੇ ਹੋਣਗੇ, ਆਉਣ ਵਾਲੇ ਸਮੇਂ ਦੇ ਵਿੱਚ ਉਹ ਫਲ ਵੀ ਚੰਗਾ ਹੋਵੇਗਾ। ਇਹ ਤੈਅ ਕਰਦਾ ਵੀ ਮਨੁੱਖ ਨੇ ਅਗਲੇ ਨੂੰ ਕਿਵੇਂ ਸਵਾਰਨਾ ਹੈ। ਇਸੇ ਕਰਕੇ ਆਖਿਆ ਨਾ ਵੀ ਤੂੰ ਅੱਜ ਤੋਂ ਸ਼ੁਰੂ ਕਰ, ਅੱਜ ਤੋਂ ਸ਼ੁਰੂ ਕਰੇਗਾ ਕੱਲ ਤੇਰਾ ਸੁਧਰ ਜਾਵੇਗਾ, ਕੱਲ ਤੇ ਨਾ ਪਾ। ਇਸੇ ਕਰਕੇ ਆਖਿਆ ਵੀ ਜੋ ਬੰਦਾ ਅੱਜ ਕਰਮ ਕਰੇਗਾ, ਜਿਹੋ ਜਿਹੇ ਕੰਮ ਕਰੇਗਾ, ਕੱਲ ਉਹਦਾ ਫਲ ਮਿਲੇਗਾ। ਬੱਚੇ ਨੂੰ 1 ਸਾਲ ਟੀਚਰ ਪੜ੍ਹਾਉਂਦਾ ਹੈ, ਸਾਲ ਬਾਅਦ ਜਦੋਂ ਇਮਤਿਹਾਨ ਹੁੰਦਾ ਫਿਰ ਪਤਾ ਲੱਗਦਾ ਵੀ ਇਸ ਸਾਲ ਦੇ ਵਿੱਚ ਕੀਤਾ ਕੀ ਹੈ। ਹੁਣ ਸਾਲ ਉਹ ਪੜ੍ਹਿਆ ਨਾ ਹੋਵੇ ਤੇ ਇਮਤਿਹਾਨ ਦੇ ਵਿੱਚੋਂ ਫੇਲ ਹੋ ਜਾਵੇ, ਵੀ ਆਖੇ ਵੀ ਸਾਰਾ ਸਿਲੇਬਸ ਹੀ ਬਾਹਰੋਂ ਆ ਗਿਆ ਸੀ। ਅਸੀਂ ਇਹ ਗੱਲ ਕਹਿੰਦੇ ਆ ਨਾ ਵੀ ਪੜ੍ਹੇ ਨਾ ਹੋਏ, ਵੀ ਮੈਂ ਤੇ ਆਪਣੇ ਮਨੋਂ ਕਰਕੇ ਆਇਆ ਸਾਂ ਪਰ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਮੈਂ ਫੇਲ ਹੋ ਗਿਆ। ਹੁਣ ਜੋ ਕੁਝ ਉਹਦੇ ਵਿੱਚ ਲਿਖਿਆ ਹੋਵੇਗਾ, ਐਗਜ਼ਾਮ ਦੇ ਵਿੱਚ ਲਿਖਿਆ ਹੋਵੇਗਾ, ਰਿਜ਼ਲਟ ਵੀ ਉਹੋ ਜਿਹਾ ਆਵੇਗਾ। ਜਿਹੋ ਜਿਹਾ ਬੀਜ ਅਸੀਂ ਬੀਜਿਆ ਹੋਵੇਗਾ, ਜਿਹੋ ਜਿਹੇ ਸਾਡੇ ਕਰਮ ਹੋਣਗੇ, ਕਰਮਾਂ ਦੇ ਅਨੁਸਾਰ ਸਾਨੂੰ ਫਲ ਮਿਲਣਾ ਹੈ। ਤੁਸੀਂ ਸੰਗਤ ਕਰਨੀ ਸ਼ੁਰੂ ਕਰ ਦੇਵੋ, ਹੌਲੀ ਹੌਲੀ ਤੁਹਾਡਾ ਅੰਦਰ ਸੰਗਤ ਕਰਨ ਦੀ, ਬਾਣੀ ਪੜ੍ਹਨ ਦੀ ਰੁਚੀ ਪੈਦਾ ਹੋ ਜਾਵੇਗੀ। ਅੱਜ ਮਨੁੱਖ ਨਸ਼ੇ ਦਾ ਆਦੀ ਹੋ ਜਾਵੇ, ਅੱਜ ਕਿਸੇ ਨਸ਼ੇ ਨੂੰ ਉਹ ਸ਼ੁਰੂ ਕਰ ਲਵੇ, ਮਹੀਨੇ ਬਾਅਦ 2 ਮਹੀਨਿਆਂ ਬਾਅਦ ਉਹ ਉਸ ਚੀਜ਼ ਦਾ ਆਦੀ ਹੋ ਜਾਵੇਗਾ। ਪਹਿਲਾਂ ਤੇ ਚਸਕੇ ਕਰਕੇ ਕਰ ਰਿਹਾ ਸੀ, ਸਵਾਦ ਦੇ ਕਰਕੇ ਕਰ ਰਿਹਾ ਸੀ, ਫਿਰ ਉਹਦੀ ਆਦਤ ਬਣ ਗਈ, ਆਦੀ ਬਣ ਗਿਆ। ਫਲ ਕੀ ਮਿਲਿਆ? ਮਾੜਾ ਫਲ ਨਿਕਲਿਆ। ਤੇ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਰਹੇ ਨੇ, ਵੀ ਦੁੱਖਾਂ ਦਾ ਕਾਰਨ ਵੀ ਇਹੀ ਲਾ ਲਈਏ ਵੀ ਜੋ ਅਸੀਂ ਕਰਮ ਕਰ ਰਹੇ ਹਾਂ, ਕਰਮਾਂ ਰੂਪੀ ਬੀਜ ਬੀਜ ਰਹੇ ਹਾਂ, ਉਹ ਜਿਹੜੇ ਬੀਜ ਨੇ ਉਹ ਅਸੀਂ ਮਾੜੇ ਬੀਜਦੇ ਪਏ ਹਾਂ। ਇੱਕ ਗੱਲ ਦਾ ਧਿਆਨ ਰੱਖਿਆ ਜੀ, ਅਸੀਂ ਗੁਣ ਬੀਜਣੇ ਨੇ, ਔਗਣ ਨਹੀਂ ਬੀਜਣੇ। ਕਿਸਾਨ ਫਸਲ ਬੀਜਦਾ ਨਾ, ਕਿਸਾਨ ਖੇਤਾਂ ਦੇ ਵਿੱਚ ਵੇਖੋ ਵੀ ਕਈ ਵਾਰੀ ਜੇਕਰ ਫਸਲ ਨਾ ਬੀਜੀ ਹੋਵੇ, ਇਹ ਜੜੀਆਂ ਬੂਟੀਆਂ ਨੇ ਜਿਹੜੀਆਂ, ਇਹ ਗੁੱਲੀ ਡੰਡਾ ਹੈ, ਇਹ ਆਪ ਹੀ ਉੱਗ ਪੈਂਦਾ ਹੈ। ਉਹਦਾ ਬੀਜ ਨਹੀਂ ਪਾਉਂਦਾ ਵਿੱਚ ਕੋਈ। ਨਦੀਨ ਹੈ ਜਿਹੜਾ, ਨਦੀਨ ਦਾ ਬੀਜ ਨਹੀਂ ਪਾਇਆ ਜਾਂਦਾ, ਪਰ ਉਹ ਐਟੋਮੈਟਿਕ ਉੱਗ ਪੈਂਦਾ ਹੈ। ਹੁਣ ਔਗਣ ਸਾਡੇ ਅੰਦਰ ਐਟੋਮੈਟਿਕ ਉੱਗਣਗੇ, ਅੰਦਰੋਂ ਪੈਦਾ ਹੋਣਗੇ। ਤੇ ਕਿਸਾਨ ਨੇ ਫਸਲ ਕਿਹੜੀ ਬੀਜਣੀ ਹੈ? ਮਨੁੱਖ ਦੀ ਜਿਹੜੀ ਫਸਲ ਹੈ ਉਹ ਗੁਣਾ ਰੂਪੀ ਹੋਵੇ, ਗੁਣ ਬੀਜੋ। ਕੋਸ਼ਿਸ਼ ਕਰਦੇ ਰਹੋ, ਇੱਕ ਦਿਨ ਕੋਸ਼ਿਸ਼ ਕਰੋਗੇ, 2 ਦਿਨ ਯਤਨ ਕਰੋਗੇ, ਹੌਲੀ ਹੌਲੀ ਉਹ ਫਸਲ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ। ਤੇ ਇਸੇ ਕਰਕੇ ਹੀ ਜਿਹੋ ਜਿਹੇ ਕਰਮਾਂ ਰੂਪੀ ਹੁਣ ਬੀਜ ਬੀਜਿਆ ਹੋਵੇਗਾ, ਉਹੋ ਜਿਹਾ ਫਲ ਮਿਲੇਗਾ। ਤੇ ਹੁਣ ਆਪਣ ਬੀਜ ਆਪ ਹੀ ਖਾਏ, ਵੀ ਉਹ ਆਪ ਜਦੋਂ ਹੁਣ ਬੀਜਿਆ ਕੀ ਹੈ? ਨਿੰਦਿਆ। ਨਿੰਦਿਆ ਰੂਪੀ ਫਸਲ ਬੀਜੀ ਹੈ, ਤੇ ਨਿੰਦਿਆ ਦੇ ਵਿੱਚੋਂ ਪਤਾ ਹੈ ਵੀ ਦੁੱਖ ਮਿਲਣਾ ਹੈ। ਨਿੰਦਿਆ ਕਰਕੇ ਕਦੇ ਵੀ ਸੁੱਖ ਨਹੀਂ ਮਿਲਦਾ, ਕਿਉਂਕਿ ਮਨ ਟਿਕਾਊ ਦੇ ਵਿੱਚ ਨਹੀਂ ਆ ਸਕਦਾ, ਮਨ ਟਿਕ ਨਹੀਂ ਸਕਦਾ ਉਨੇ ਸਮੇਂ ਤੱਕ। ਤੇ ਹੁਣ ਫਸਲ ਕੀ, ਫਸਲ ਦਾ ਜਿਹੜਾ ਫਲ ਜਿਹੜਾ ਮਿਲਣਾ ਹੈ ਉਹ ਵੀ ਫਿਰ ਦੁੱਖ ਹੀ ਮਿਲੇਗਾ। ਤੇ ਉਹਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਹੀ ਨਿਕਲਣਗੇ, ਜਿਹਦੇ ਕਰਕੇ ਉਹ ਅਸਲ ਦੇ ਵਿੱਚ ਜਿਹੜੀ ਜੜ ਲਾਉਣੀ ਸੀ, ਜਿਹੜੀ ਅਸੀਂ ਨੀਂਹ ਰੱਖਣੀ ਸੀ, ਉਹ ਨੀਂਹ ਅਸੀਂ ਰੱਖ ਨਹੀਂ ਸਕਦੇ, ਉਹ ਰੱਖ ਨਹੀਂ ਸਕਿਆ। ਨੀਂਹ ਹੁਣ ਕਿਹੋ ਜਿਹੀ ਰੱਖੀ? ਰੇਤ ਦੀ ਨੀਂਹ ਰੱਖੋ, ਉਹ ਪਤਾ ਥੋੜ੍ਹਾ ਜਿਹਾ ਪਾਣੀ ਆਵੇਗਾ ਤੇ ਪਾਣੀ ਦੇ ਨਾਲ ਉਹ ਡਿੱਗ ਪਵੇਗੀ। ਹੁਣ ਔਗਣਾ ਦੀ ਨੀਂਹ ਰੱਖੀ ਹੈ, ਸਮਾਂ ਆਇਆ ਤੇ ਉਹ ਔਗਣ ਦੀ ਨੀਂਹ ਡਿੱਗ ਪਈ, ਕਿਸੇ ਵੀ ਕੰਮ ਦੀ ਨਹੀਂ, ਪੱਕੀ ਨੀਂਹ ਨਹੀਂ ਹੈ। ਤੇ ਜਿਹੋ ਜਿਹੇ ਬੰਦੇ ਦੇ ਕਰਮ ਹੋਣਗੇ, ਜਿਹੋ ਜਿਹੇ ਮਨੁੱਖ ਕੰਮ ਕਰਦਾ ਹੈ,
ਆਪੇ ਹੀ ਬੀਜ ਰਿਹਾ ਤੇ ਆਪੇ ਹੀ ਉਹਦਾ ਜਿਹੜਾ ਫਲ ਹੈ ਉਹਨੂੰ ਮਿਲ ਰਿਹਾ, ਪ੍ਰਾਪਤ ਹੋ ਰਿਹਾ, ਆਪੇ ਹੀ ਖਾ ਰਿਹਾ। ਸੰਤ ਕੇ ਦੋਖੀ ਕੋ ਅਵਰ ਨਾ ਰੱਖਨ ਹਾਰ, ਨਾਨਕ ਸੰਤ ਭਾਵੈ ਤਾਂ ਲਈ ਉਬਾਰ। ਹੁਣ ਸੰਤ ਜਨਾਂ ਦਾ ਜਿਹੜਾ ਦੁਖੀ ਹੈ, ਨਿੰਦਕ ਹੈ, ਉਹਨੂੰ ਕੋਈ ਵੀ ਰੱਖਣ ਵਾਲਾ ਨਹੀਂ, ਕੋਈ ਵੀ ਬਚਾਉਣ ਵਾਲਾ ਨਹੀਂ, ਕੋਈ ਵੀ ਇਹ ਕੰਮ ਕਰਨ ਤੋਂ ਰੋਕ ਨਹੀਂ ਸਕਦਾ। ਹੁਣ ਨਿੰਦਿਆ ਕਰਨ ਵਾਲੇ ਨੂੰ ਤੁਸੀਂ ਆਖੋ ਵੀ ਭਾਈ ਮੇਰੇ ਕੋਲ ਨਿੰਦਿਆ ਨਾ ਕਰਿਆ ਕਰ, ਉਹ ਕੀ ਕਰੇਗਾ? ਉਹ ਦੂਸਰਾ ਨਿੰਦਿਆ ਕਰਨ ਵਾਲਾ ਵੇਖ ਲਵੇਗਾ, ਤੁਸੀਂ ਰੋਕਿਆ, ਦੂਸਰੇ ਕੋਲ ਚਲਾ ਗਿਆ। ਪਰ ਜੇਕਰ ਸੰਤ ਜਨ ਉਹਦੇ ਤੇ ਕਿਰਪਾ ਕਰ ਦੇਣ, ਉਹਦੇ ਤੇ ਰਹਿਮਤ ਕਰ ਦੇਣ, ਤੇ ਉਹਨੂੰ ਇਸ ਆਦਤ ਤੋਂ ਬਚਾ ਸਕਦੇ ਨੇ, ਇਹਦੇ ਤੋਂ ਬਾਹਰ ਕੱਢ ਸਕਦੇ ਨੇ, ਬੰਧਨਾਂ ਤੋਂ ਬਚਾ ਸਕਦੇ ਨੇ। ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਉਹ ਵੀ ਇਹਦੇ ਤੋਂ ਬਚ ਸਕਦਾ ਹੈ। ਸੰਤ ਕਾ ਦੋਖੀ ਇਉਂ ਬਿਲ ਲਾਈ, ਜਿਉਂ ਜਲ ਬਿਹੂਨ ਮਛਲੀ ਤੜਫੜਾਈ। ਹੁਣ ਅੰਦਰੋਂ ਅੰਦਰੋਂ ਬੰਦਾ ਬਿਲਕਦਾ ਰਹਿੰਦਾ ਹੈ, ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਅੰਦਰੋਂ ਅੰਦਰੀ ਕੁਰਜ ਰਿਹਾ, ਅੰਦਰੋਂ ਅੰਦਰੀ ਦੁਖੀ ਹੋ ਰਿਹਾ। ਕੱਲ ਵੀ ਗੱਲ ਕੀਤੀ ਵੀ ਜੋ ਬਾਹਰ ਹੈ ਉਹ ਸਾਡੇ ਅੰਦਰ ਹੈ, ਤੇ ਕਈ ਵਾਰੀ ਜੋ ਸਾਡੇ ਅੰਦਰ ਹੁੰਦਾ ਉਹ ਬਾਹਰੋਂ ਨਹੀਂ ਹੁੰਦਾ। ਬਾਹਰੋਂ ਵੇਖਣ ਨੂੰ ਕਈ ਵਾਰੀ ਲੱਗਦਾ ਵੀ ਬੜੇ ਸੁਖੀ ਆ, ਬੜਾ ਖੁਸ਼ ਹੈ, ਪਰ ਕਈ ਵਾਰੀ ਅੰਦਰੋਂ ਉਹ ਤਪਦਾ ਹੁੰਦਾ, ਅੰਦਰੋਂ ਦੁਖੀ ਹੁੰਦਾ। ਤੇ ਅੰਦਰੋਂ ਤੇ ਬਾਹਰੋਂ ਫਿਰ ਸਤਿਗੁਰਾਂ ਨੇ ਆਖਿਆ ਵੀ ਇੱਕ ਹੋ, ਜੋ ਅੰਦਰ ਹੈ ਉਹ ਤੂੰ ਬਾਹਰੋਂ ਵੀ ਹੋਣਾ। ਬਾਹਰੋਂ ਵੇਖਣ ਨੂੰ ਹਰੇਕ ਕੋਈ ਮਨੁੱਖ ਬੜਾ ਸੁਖੀ ਲੱਗੇਗਾ, ਪਰ ਉਹਦੀ ਅੰਦਰ ਦੀ ਵੇਖੋ ਬਿਰਤੀ ਨੂੰ, ਵੇਖੋ ਅੰਦਰ ਦੀ ਬਿਰਥਾ ਨੂੰ, ਅੰਦਰੋਂ ਸਾਰੇ ਦੁਖੀ ਨੇ। ਕਿਸੇ ਨੂੰ ਪੁੱਛ ਕੇ ਵੇਖ ਲਵੋ ਵੀ ਆਖੇਗਾ ਮੈਨੂੰ ਫਲਾਣਾ ਦੁੱਖ ਹੈ, ਫਲਾਣਾ ਦੁੱਖ ਹੈ। ਬਾਹਰੋਂ ਅਸੀਂ ਗਰਮੀ ਤੋਂ ਬਚਣ ਦੇ ਲਈ, ਹੁਣ ਗਰਮੀਆਂ ਆ ਗਈਆਂ ਨੇ, ਤੁਹਾਨੂੰ ਪਤਾ ਹੈ, ਆ ਪੱਖੇ ਚੱਲ ਪਏ ਨੇ, ਇਹਦਾ ਸੁੱਖ ਲੈ ਰਹੇ ਹਾਂ, ਪਰ ਇਹ ਸਾਡੀ ਅੰਦਰ ਦੀ ਤਪਤ ਨੂੰ ਖਤਮ ਕਰ ਰਹੇ ਨੇ? ਨਹੀਂ। ਅੰਦਰੋਂ ਤਪਦੇ ਪਏ, ਅੰਦਰੋਂ ਫਿਰ ਵੀ ਤਪਤ ਹੈ, ਸਾਡੇ ਅੰਦਰ ਤਪ ਰਹੇ ਆ। ਤੇ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਅੰਦਰੋਂ ਅੰਦਰ ਬਿਲਕਦਾ ਰਹਿੰਦਾ, ਅੰਦਰੋਂ ਅੰਦਰੀ ਦੁਖੀ ਹੁੰਦਾ ਹੈ। ਜਿਉਂ ਜਲ ਬਿਹੂਣ, ਜਿਵੇਂ ਜਲ ਤੋਂ ਬਿਨਾਂ ਮੱਛਲੀ ਹੈ ਉਹ ਤੜਫਦੀ ਰਹਿੰਦੀ ਹੈ। ਉਹਦਾ ਜੀਵਨ ਕੀ ਹੈ? ਪਾਣੀ। ਪਾਣੀ ਦੇ ਵਿੱਚੋਂ ਉਹਨੂੰ ਬਾਹਰ ਕੱਢ ਦੇਵੋਗੇ, ਉਹ ਤੜਫ ਤੜਫ ਕੇ ਮਰ ਜਾਵੇਗੀ। ਤੇ ਇਸੇ ਪ੍ਰਕਾਰ ਬੰਦੇ ਦਾ ਜੀਵਨ ਹੈ ਗੁਰੂ ਦੀ ਬਾਣੀ, ਤੇ ਗੁਰੂ ਦੀ ਬਾਣੀ ਤੋਂ ਤੁਸੀਂ ਬੰਦੇ ਦਾ ਮੁੱਖ ਮੋੜ ਦੇਵੋ ਤੇ ਉਹ ਅੰਦਰੋਂ ਅੰਦਰੋਂ ਤੜਫਦਾ ਹੈ, ਭਾਵ ਉਹਦੀ ਆਤਮਿਕ ਮੌਤ ਅੰਦਰੋਂ ਹੋ ਰਹੀ ਹੈ, ਉਹ ਵੀ ਮਰ ਚੁੱਕਿਆ ਹੈ। ਉਹਨਾਂ ਜਿਉਂਦਿਆਂ 'ਚ ਨਾ ਮਰਿਆਂ 'ਚ, ਭਾਵ ਕਿਸੇ ਵੀ ਕਾਰਜ ਨਹੀਂ ਹੁੰਦਾ, ਇਨਸਾਨੀਅਤ ਦੇ ਕੋਈ ਕੰਮ ਨਹੀਂ ਕਰਦਾ, ਉਹੀ ਚੀਜ਼ ਹੈ ਵੀ ਅੰਦਰੋਂ ਅੰਦਰੀ ਕੁਰਜ ਰਿਹਾ, ਅੰਦਰੋਂ ਅੰਦਰੀ ਦੁਖੀ ਹੋ ਰਿਹਾ ਹੈ, ਸਦਾ ਦੁਖੀ ਹੁੰਦਾ ਹੈ। ਤੇ ਉਹਦਾ ਜਿਹੜਾ ਜੀਵਨ ਹੈ ਇਸ ਪ੍ਰਕਾਰ ਹੋ ਜਾਂਦਾ ਵੀ ਜਿਵੇਂ ਪਾਣੀ ਤੋਂ ਬਿਨਾਂ ਮੱਛਲੀ ਦਾ ਜੀਵਨ ਹੈ, ਉਹ ਤੜਫਦੀ ਹੈ ਤੇ ਬੰਦਾ ਵੀ ਅੰਦਰੋਂ ਤੜਫਦਾ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ। ਹੁਣ ਸੰਤ ਜਨਾਂ ਦਾ ਜਿਹੜਾ ਦੁਖੀ ਹੈ ਉਹਨੂੰ ਕਦੀ ਵੀ ਤ੍ਰਿਪਤੀ ਨਹੀਂ ਮਿਲਦੀ, ਕਦੀ ਵੀ ਉਹ ਰੱਜਦਾ ਨਹੀਂ। ਤੇ ਇੱਥੇ ਈਂਧਨ ਨਹੀਂ, ਇੰਧਨ, ਇਹਦਾ ਉਚਾਰਨ ਹੋਏਗਾ ਇੰਧਨ। ਇੰਧਨ ਦਾ ਅਰਥ ਹੁੰਦਾ ਅੱਗ, ਬਸੰਤਰ, ਜਿਹਨੂੰ ਅਸੀਂ ਬਸੰਤਰ ਕਹਿੰਦੇ ਹਾਂ। ਹੁਣ ਮੰਨ ਲਓ ਵੀ ਕਿਸੇ ਜਗ੍ਹਾ ਦੇ ਉੱਤੇ ਹੁਣ ਅੱਗ ਬਲ ਰਹੀ ਹੈ, ਅੱਗ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਕੁਝ ਪਾਈ ਜਾਵੋ, ਲੱਕੜਾਂ ਤੁਸੀਂ ਪਾਈ ਜਾਓ, ਅੱਗ ਬੁਝੇਗੀ ਨਹੀਂ। ਅੱਗ ਕਦੇ ਵੀ ਤੁਹਾਨੂੰ ਇਹ ਗੱਲ ਨਹੀਂ ਆਖੇਗੀ ਵੀ ਮੈਂ ਰੱਜ ਗਈ ਹਾਂ, ਤ੍ਰਿਪਤ ਹੋ ਗਈ ਹਾਂ, ਭਾਵੇਂ ਤੁਸੀਂ ਸਾਲਾਂ ਬੱਧੀ ਤੱਕ ਬਾਲਦੇ ਰਹੋ, ਜੋ ਕੁਝ ਪਾਵੋਗੇ ਖਪਤ ਹੁੰਦਾ ਰਹੇਗਾ, ਸੜਦਾ ਰਹੇਗਾ। ਤੇ ਇਸੇ ਪ੍ਰਕਾਰ ਜੋ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਹੈ, ਚੁਗਲੀ ਨਿੰਦਿਆ ਕਰਨ ਵਾਲਾ ਹੈ, ਵੀ ਉਹਦੀ ਵੀ ਅੰਦਰੋਂ ਤ੍ਰਿਪਤੀ ਨਹੀਂ ਹੁੰਦੀ। ਉਹ ਹੁਣ ਸਾਰੀ ਉਮਰ ਹੀ ਨਿੰਦਿਆ ਕਰਨ ਦੇ ਵਿੱਚ ਲੰਘ ਗਈ,
ਸਵੇਰ ਤੋਂ ਲੱਗ ਜਾਂਦਾ, ਸ਼ਾਮ ਤੱਕ ਨਿੰਦਿਆ ਹੀ ਕਰਦਾ ਰਹਿੰਦਾ। ਇੱਕ ਕੋਲ ਚੁਗਲੀ ਕੀਤੀ, ਦੂਜੇ ਕੋਲ ਚਲਾ ਗਿਆ, ਦੂਜੇ ਕੋਲ, ਤੀਜੇ ਕੋਲ, ਚੌਥੇ ਕੋਲ ਚਲਾ ਗਿਆ। ਬੰਦਾ ਰੱਜਿਆ ਕਦੇ? ਤ੍ਰਿਪਤੀ ਹੋਈ ਹੈ ਕਦੇ ਬੰਦੇ ਦੀ? ਸਵੇਰ ਤੋਂ ਲੱਗਾ ਨਿੰਦਿਆ ਕਰਨ, ਸਵੇਰ ਤੋਂ ਲੱਗਾ ਚੁਗਲੀ ਕਰਨ। ਜਿਹੜਾ ਉਹਨੂੰ ਮਿਲੇਗਾ ਉਹਦੇ ਕੋਲ ਹੀ ਉਹ ਗੱਲ ਰੱਖੇਗਾ। ਕਦੀ ਵੀ ਉਹ ਬੰਦਾ ਇਹ ਗੱਲ ਨਹੀਂ ਆਖਦਾ ਵੀ ਭਾਈ ਹੁਣ ਮੇਰੀ ਤ੍ਰਿਪਤੀ ਹੋ ਗਈ ਹੈ, ਮੈਂ ਬਸ ਤ੍ਰਿਪਤ ਹਾਂ। ਉਹਦੀ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਵੱਧਦੀ ਜਾਂਦੀ ਹੈ ਦਿਨੋਂ ਦਿਨ। ਉਹ ਅੰਦਰੋਂ ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਜਿਉਂ ਪਾਵਕ ਇੰਦਰ ਨਹੀਂ ਤਰਾਪੈ, ਜਿਸ ਪ੍ਰਕਾਰ ਅੱਗ ਕਦੇ ਰੱਜਦੀ ਨਹੀਂ, ਇਸੇ ਪ੍ਰਕਾਰ ਨਿੰਦਿਆ ਕਰਨ ਵਾਲਾ ਕਦੇ ਵੀ ਇਹਦੀ ਤੋਂ ਤ੍ਰਿਪਤ ਨਹੀਂ ਹੁੰਦਾ। ਸੰਤ ਕਾ ਦੋਖੀ ਛੁਟੈ ਇਕੇਲਾ, ਜਿਉਂ ਗੁਆੜ ਤਿਲ ਖੇਤ ਮਾਹੀ ਦੁਹਿਲਾ। ਹੁਣ ਸੰਤ ਜਨਾਂ ਦਾ ਜਿਹੜਾ ਦੁਖੀ ਹੈ ਉਹ ਇਕੱਲਾਪਨ ਮਹਿਸੂਸ ਕਰਦਾ ਹੈ। ਵੇਖਣ ਨੂੰ ਬੰਦਿਆਂ ਵਰਗਾ ਹੀ ਲੱਗੇਗਾ। ਕੋਈ ਕਿਸੇ ਨੂੰ ਵੇਖ ਕੇ ਕਹਿ ਨਹੀਂ ਸਕਦਾ ਵੀ ਹਾਂ ਇਹ ਨਿੰਦਕ ਹੋ ਸਕਦਾ, ਇਹ ਕਾਮੀ ਹੋ ਸਕਦਾ, ਕ੍ਰੋਧੀ ਹੋ ਸਕਦਾ, ਲੋਭੀ ਹੋ ਸਕਦਾ, ਮੋਹੀ ਹੋ ਸਕਦਾ। ਨਹੀਂ, ਕਹਿੰਦੇ ਵੇਖਣ ਨੂੰ ਉਹੋ ਜਿਹਾ ਲੱਗੇਗਾ। ਹੁਣ ਕਿਸਾਨ ਜਦੋਂ ਫਸਲ ਬੀਜਦਾ 6 ਮਹੀਨਿਆਂ ਬਾਅਦ ਫਸਲ ਵੱਢੀ ਜਾਂਦੀ ਹੈ, ਉਹਦੇ ਤੋਂ ਬਾਅਦ ਜਦੋਂ ਜ਼ਮੀਨ ਦੇ ਵਿੱਚ ਅੱਗ ਲਾਈ ਜਾਂਦੀ ਹੈ ਨਾ, ਉਹਦੇ ਵਿੱਚ ਕੁਝ ਜਿਹੜੇ ਬੀਜ ਨੇ ਉਹ ਸੜ ਜਾਂਦੇ ਨੇ। ਅੱਧੇ ਕੁ ਸੜ ਗਏ, ਅੱਧੇ ਕੁ ਰਹਿ ਗਏ, ਤੇ ਉਹ ਅੱਧੇ ਰਹੇ ਹੋਏ ਬੀਜਾਂ ਤੋਂ ਫਿਰ ਬੂਟਾ ਤਿਆਰ ਹੁੰਦਾ ਹੈ। ਤੇ ਬੂਟਾ ਤਿਆਰ ਹੋ ਕੇ ਵੇਖਣ ਨੂੰ ਇੱਦਾਂ ਲੱਗੇਗਾ ਵੀ ਬੜਾ ਸੋਹਣਾ ਬੂਟਾ ਉਸੇ ਪ੍ਰਕਾਰ ਦਾ, ਪਰ ਉਹਦੀਆਂ ਜਿਹੜੀਆਂ ਪੱਤੀਆਂ ਦੇ ਵਿੱਚੋਂ, ਫਲੀਆਂ ਦੇ ਵਿੱਚ ਫਲ ਹੋਵੇਗਾ ਉਹ ਸੜਿਆ ਹੁੰਦਾ, ਕਿਸੇ ਵੀ ਕੰਮ ਦਾ ਨਹੀਂ ਹੁੰਦਾ। ਕਹਿੰਦੇ ਜਿਵੇਂ ਖੇਤਾਂ ਦੇ ਵਿੱਚ ਪਿਆ ਹੋਇਆ ਤਿਲ ਦਾ ਬੂਟਾ ਉਹ ਕਿਸੇ ਵੀ ਕੰਮ ਨਹੀਂ ਹੁੰਦਾ, ਉਹਦੇ ਫਲ ਦੇ ਵਿੱਚ ਅਸਲ ਫਲ ਨਹੀਂ ਹੁੰਦਾ, ਸਵਾਹ ਹੁੰਦੀ ਹੈ। ਤੇ ਇਸੇ ਪ੍ਰਕਾਰ ਸੰਸਾਰ ਰੂਪੀ ਖੇਤ ਦੇ ਅੰਦਰ ਨਿੰਦਕ ਰੂਪੀ ਜਿਹੜਾ ਮਨੁੱਖ ਹੈ ਉਹ ਵੇਖਣ ਨੂੰ ਉਸੇ ਹੀ ਪ੍ਰਕਾਰ ਦਾ ਸੋਹਣਾ ਲੱਗ ਰਿਹਾ ਬਾਹਰੋਂ, ਪਰ ਅੰਦਰ ਜਿਹੜਾ ਫਲ ਹੈ, ਫਲ ਉਹਦਾ ਖਾਲੀ ਹੁੰਦਾ ਹੈ, ਅੰਦਰ ਥੋਥਾ ਹੁੰਦਾ ਹੈ। ਉਹਦੇ ਅੰਦਰ ਕੋਈ ਗੁਣ ਨਹੀਂ, ਉਹ ਇਕੱਲਾ ਹੀ ਪਨ ਮਹਿਸੂਸ ਕਰਦਾ ਹੈ। ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਹੁਣ ਸੰਤ ਜਨਾਂ ਦੀ ਨਿੰਦਿਆ ਕਰਨ ਵਾਲਾ ਇੱਕ ਤੇ ਧਰਮ ਤੋਂ, ਰਹਿਤ ਤੋਂ ਵੀ ਹੀਣਾ ਹੁੰਦਾ, ਆਪਣੀ ਧਰਮ ਤੋਂ ਵੀ ਤੇ ਰਹਿਤ ਤੋਂ ਵੀ। ਤੇ ਦੂਜੀ ਗੱਲ, ਸੰਤ ਕਾ ਦੋਖੀ ਸਦ ਮਿਥਿਆ ਕਹਿਤ, ਤੇ ਉਹ ਸਦਾ ਹੀ ਝੂਠ ਬੋਲਦਾ ਹੈ। ਮਿਥਿਆ ਨਾਸ਼, ਰਸਨਾ ਦੇ ਉੱਤੋਂ ਜਦੋਂ ਵੀ ਬੋਲੇਗਾ ਝੂਠ ਬੋਲੇਗਾ। ਜੋ ਸੱਚਾਈ ਹੋਵੇਗੀ, ਸੱਚਾਈ ਬਿਆਨ ਕਰਨ ਦੀ ਜਗ੍ਹਾ ਦੇ ਉੱਤੇ ਉਹਦਾ ਜਿਹੜਾ ਉਲਟ ਹੈ, ਆਪਣੇ ਕੋਲੋਂ ਬਣਾ ਕੇ ਕੋਈ ਗੱਲ ਨੂੰ ਕਹਿ ਲੈਣਾ। ਕਿਸੇ ਦੀ ਸੱਚਾਈ ਨੂੰ ਛੱਡ ਕੇ ਉਹਦੀ ਨਿੰਦਿਆ ਕਰਨੀ, ਬੁਰਾਈ ਕਰਨੀ, ਵੀ ਲੋਕਾਂ ਦੀ ਨਿਗਾਹ ਦੇ ਵਿੱਚ ਉਹ ਡਿੱਗ ਪਵੇ ਤੇ ਲੋਕੀ ਮੈਨੂੰ ਉੱਚਾ ਕਹਿਣ। ਤੇ ਅੱਜ ਕੱਲ੍ਹ ਜਿਹੜੀ ਭੱਜ ਦੌੜ ਇਹੀ ਲੱਗੀ ਹੋਈ ਹੈ। ਦੂਸਰਿਆਂ ਨੂੰ ਡੇਗਣ ਦੇ ਉੱਤੇ ਅਸੀਂ ਲੱਗੇ ਹੋਏ ਹਾਂ ਤੇ ਲੋਕੀ ਸਾਨੂੰ ਚੰਗਾ ਕਹਿਣ, ਦੂਜਿਆਂ ਨੂੰ ਮਾੜਾ ਅਸੀਂ ਕਹੀਏ ਤੇ ਦੂਸਰਿਆਂ ਨੂੰ ਮਾੜਾ ਕਹਿ ਕਹਿ ਕੇ ਇੰਨਾ ਕੁ ਡੇਗ ਦਵੋ ਵੀ ਲੋਕੀ ਕਹਿਣ ਵੀ ਹਾਂ ਵੀ ਇਹ ਉੱਚਾ ਹੈ। ਪਰ ਸਤਿਗੁਰੂ ਜੀ ਕਿਰਪਾ ਕਰਦੇ ਭਾਈ ਵੀ ਇੱਕ ਤੇ ਉਹ ਧਰਮ ਤੋਂ ਸਖਣਾ ਤੇ ਦੂਜਾ ਉਹ ਝੂਠ ਬੋਲ ਬੋਲ ਕੇ ਇੰਨਾ ਕੁ ਇੱਕ ਵਾਰੀ ਆਪਣੇ ਆਪ ਨੂੰ ਉੱਚਾ ਸਮਝਦਾ, ਪਰ ਉਹ ਜਦੋਂ ਵੀ ਬੋਲੇਗਾ ਝੂਠ ਹੀ ਬੋਲੇਗਾ, ਸੱਚ ਕਦੇ ਨਹੀਂ ਬੋਲਦਾ। ਕਈ ਵਾਰੀ ਅਸੀਂ ਕਿਸੇ ਦੇ ਭਰੋਸਾ ਵੀ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਵੀ ਜਦੋਂ ਇਹ ਬੋਲਦਾ ਝੂਠ ਹੀ ਬੋਲਦਾ। ਕਈਆਂ ਦੀਆਂ ਗੱਲਾਂ 'ਤੇ ਭਰੋਸਾ ਨਹੀਂ ਨਾ ਕਰਦੇ। ਉਹਦਾ ਕਾਰਨ ਕੀ ਹੈ? ਸਾਨੂੰ ਪਤਾ ਹੈ ਵੀ ਜਦੋਂ ਇਹਨੇ ਬੋਲਿਆ, ਵੀ ਜਦੋਂ ਵੀ ਕੋਈ ਗੱਲ ਆਖੀ ਹੈ ਝੂਠ ਹੀ ਬੋਲਿਆ, ਉਹਦੇ ਉੱਤੇ ਭਰੋਸਾ ਕਰਨਾ ਵੀ ਛੱਡ ਦਿੰਦੇ ਹਾਂ। ਇੱਕ ਵਾਰੀ ਕੋਈ ਭਰੋਸਾ ਕਰੇਗਾ, 2 ਵਾਰੀ ਭਰੋਸਾ ਕਰੇਗਾ, ਤੀਜੀ ਵਾਰੀ ਭਰੋਸਾ ਨਹੀਂ ਕਰਦਾ। ਹੁਣ ਬੱਚਿਆਂ ਨੇ ਕਹਾਣੀ ਪੜ੍ਹੀ ਵੀ ਹੋਵੇਗੀ,
ਉਹ ਭੇੜੀਆ ਵੀ ਜਿਹੜਾ ਆਖਦਾ ਸੀ ਬੱਕਰੀਆਂ ਚਾਰਨ ਵਾਲਾ, ਭੇੜੀਆ ਆ ਗਿਆ, ਭੇੜੀਆ ਆ ਗਿਆ। ਨਗਰ ਦੇ ਲੋਕਾਂ ਨੇ ਇੱਕ ਵਾਰੀ ਬਚਾਇਆ, ਕੋਈ ਨਹੀਂ ਆਇਆ, ਤੇ ਦੂਜੀ ਵਾਰੀ ਆਖਿਆ ਫਿਰ ਨਹੀਂ ਆਇਆ, ਤੀਜੀ ਵਾਰੀ ਜਦੋਂ ਅਸਲ ਦੇ ਵਿੱਚ ਆ ਗਿਆ ਤੇ ਕੋਈ ਵੀ ਨਹੀਂ ਗਿਆ। ਉਹੀ ਗੱਲ ਹੈ, ਤੁਸੀਂ ਇੱਕ ਵਾਰੀ ਕਿਸੇ ਨੂੰ ਝੂਠ ਬੋਲੋਗੇ ਉਹ ਤੁਹਾਡੇ ਤੇ ਭਰੋਸਾ ਕਰ ਲਵੇਗਾ, ਉਹਨੂੰ ਜਦੋਂ ਸੱਚਾਈ ਪਤਾ ਲੱਗੇਗੀ ਆਖਿਆ ਚਲੋ ਕੋਈ ਨਹੀਂ, ਦੂਜੀ ਵਾਰੀ ਬੋਲੋਗੇ ਫਿਰ ਭਰੋਸਾ ਕਰ ਲਵੇਗਾ, ਤੀਜੀ ਵਾਰੀ ਬੋਲੋਗੇ ਕੋਈ ਭਰੋਸਾ ਨਹੀਂ ਕਰੇਗਾ, ਭਾਵੇਂ ਤੁਸੀਂ ਸੱਚ ਹੀ ਬੋਲ ਰਹੇ ਹੋ। ਤੇ ਇਸੇ ਪ੍ਰਕਾਰ ਜੋ ਨਿੰਦਿਆ ਕਰਨ ਵਾਲਾ ਹੈ ਨਾ, ਚੁਗਲੀ ਕਰਨ ਵਾਲਾ, ਆਪਾਂ ਘਰਾਂ ਦੇ ਵਿੱਚ ਵੀ ਇਹ ਆਮ ਚੀਜ਼ ਵੇਖਦੇ ਹਾਂ ਵੀ ਜੇਕਰ ਕੋਈ ਚੁਗਲੀ ਕਰਨ ਵਾਲਾ ਹੋਵੇ ਨਾ, ਕੋਈ ਵੀ ਜੀ ਹੋਵੇ, ਉਹਦੀ ਆਦਤ ਕੀ ਹੁੰਦੀ ਹੈ, ਇੱਥੋਂ ਸੁਣੀ ਦੂਸਰੇ ਦੇ ਘਰ ਜਾ ਕੇ ਕਰ ਦਿੱਤੀ, ਦੂਸਰੇ ਦੇ ਘਰ ਗਿਆ ਉੱਥੋਂ ਸੁਣੀ ਇੱਧਰ ਆ ਕੇ ਕਰ ਦਿੱਤੀ। ਤੇ ਅਸੀਂ ਕਈ ਵਾਰੀ ਕਹਿੰਦੇ ਆ ਭਾਈ ਇਹਦਾ ਤੇ ਸੁਭਾਅ ਬਣ ਚੁੱਕਾ ਹੈ। ਜੇਕਰ ਇਹ ਤੁਹਾਡੇ ਕੋਲ ਆ ਕੇ ਹੋਰ ਕਿਸੇ ਦੀ ਕਰ ਰਿਹਾ ਨਾ, ਇਸ ਗੱਲ ਦਾ ਧਿਆਨ ਰੱਖਿਆ, ਜੇ ਉਹ ਤੁਹਾਡੀ ਜਿਹੜੀ ਚੁਗਲੀ ਹੈ, ਗੱਲ ਹੈ, ਉਹ ਦੂਸਰੇ ਦੇ ਕੋਲ ਵੀ ਜਾ ਕੇ ਕਰ ਰਿਹਾ ਹੈ, ਕਿਉਂ? ਉਹਦਾ ਸੁਭਾਅ ਬਣ ਜਾਂਦਾ, ਉਹਦਾ ਬਸ ਅੱਗ ਲਾਉਣਾ ਸੁਭਾਅ ਬਣ ਜਾਂਦਾ, ਅੱਤ ਚੁੱਕਣਾ। ਪਿੱਛੇ ਪੜ੍ਹ ਕੇ ਗਏ ਆ ਵੀ ਉਹ ਸਦਾ ਅਤਤਾਈ ਹੈ, ਸਦਾ ਹੀ ਹੱਥ ਚੁੱਕ ਕੇ ਰੱਖਦਾ, ਉਹਦਾ ਸੁਭਾਅ ਹੀ ਬਣ ਗਿਆ। ਤੇ ਇਸੇ ਪ੍ਰਕਾਰ ਵੀ ਜਿਹੜਾ ਸੰਤ ਜਨਾਂ ਦਾ ਨਿੰਦਕ ਹੈ ਉਹ ਸਦਾ ਹੀ ਝੂਠ ਬੋਲਦਾ ਹੈ। ਕਿਰਤ ਨਿੰਦਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਹੁਣ ਕਿਰਤ ਕੀਤੇ ਹੋਏ ਕਰਮ ਨੇ ਜਿਹੜੇ, ਇੱਧਰ ਫੁੱਲ ਸਟੋਪ ਦਾ ਦਿੱਤਾ ਵੀ ਹੋਇਆ ਹੈ, ਕਰਮ ਜੋ ਮਨੁੱਖ ਨੇ ਕੀਤੇ ਹਨ ਉਹ ਉਸ ਦੀ ਕਿਰਤ ਹੈ, ਉਸ ਕਿਰਤ ਅਨੁਸਾਰ ਉਹ ਅੱਗੋਂ ਕਰਮ ਕਰਦਾ ਹੈ। ਇਹ ਕਿਰਤ ਉਸ ਦੀ ਧੁਰੋਂ ਹੀ ਲਿਖੀ ਪਈ ਹੈ, ਧੁਰੋਂ ਲਿਖੀ ਹੋਈ ਹੈ ਵੀ ਉਹ ਕਿਰਤ ਕਰ ਰਿਹਾ, ਜੋ ਹੁਣ ਸੁਭਾਅ ਬਣ ਗਿਆ, ਕਿਰਤ ਜੋ ਕਰ ਰਿਹਾ ਉਹਦੀ ਧੁਰ ਤੋਂ ਹੀ ਇਹ ਚੀਜ਼ ਲਿਖੀ ਹੋਈ ਹੈ। ਨਿੰਦਿਆ ਕਰਨ ਵਾਲਾ ਵੀ ਨਿੰਦਿਆ ਕਰ ਰਿਹਾ, ਇਹ ਉਹਦੀ ਕਿਰਤ ਬਣ ਗਈ, ਕਰਮ ਬਣ ਗਿਆ, ਤੇ ਉਹ ਹੁਣ ਕਰਮ ਕਰੀ ਜਾ ਰਿਹਾ ਹੈ। ਇਸੇ ਕਰਕੇ ਵੀ ਆਪਾਂ ਇੱਕ ਵਾਰੀ ਪੜ੍ਹਦੇ ਹੋਏ ਨਾ, ਬਾਬਾ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਵੀ ਬੜਾ ਪਿਆਰਾ ਹੁੰਦਾ ਹੈ, ਉਹਦੇ ਵਿੱਚ ਉਹਨਾਂ ਨੇ ਗੱਲ ਇਹ ਕੀਤੀ ਹੈ ਵੀ ਹੇ ਵਾਹਿਗੁਰੂ, ਮੈਂ ਆਪਣੇ ਵੱਲੋਂ ਕਰਮ ਕਰ ਰਿਹਾ ਵਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਰਮ ਕਰਦੇ ਹਾਂ, ਨਿੱਤ ਦੇ ਕਰਮ ਕਰ ਰਹੇ ਹਾਂ, ਪਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਇਹ ਕਰਮ ਮੈਂ ਚੰਗੇ ਕਰਦਾ ਪਿਆ ਜਾਂ ਮਾੜੇ ਕਰਦਾ ਪਿਆ, ਇਹਦੀ ਪਰਖ ਮੈਨੂੰ ਨਹੀਂ ਹੈ। ਮੈਂ ਆਪਣੇ ਵੱਲੋਂ ਸਦਾ ਚੰਗਾ ਕਰਦਾ ਪਿਆ। ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਹੁਰਾ ਰਹੀ, ਵੀ ਮੇਰਾ ਤੇ ਫਰਜ਼ ਹੈ, ਮੇਰਾ ਤੇ ਕੰਮ ਕਰਨਾ, ਕਿਰਤ ਕਰਨਾ ਮੇਰਾ ਕੰਮ ਹੈ, ਪਰ ਉਹ ਕਰਮ ਇਹ ਨਹੀਂ ਪਤਾ ਵੀ ਚੰਗਾ ਹੈ ਜਾਂ ਮਾੜਾ ਹੈ। ਇਹਦੀ ਜਿਹੜੀ ਪਰਖ ਹੈ ਮਾਲਕ ਤੂੰ ਕਰ ਰਹੇ ਹੈ। ਅਸੀਂ ਕਿਰਤ ਕਰਦੇ ਹਾਂ, ਕਿਰਤ ਦੇ ਵਿੱਚ ਸਾਨੂੰ ਨਹੀਂ ਪਤਾ ਉਹਦਾ ਫਲ ਕੀ ਮਿਲਣਾ ਹੈ। ਤੇ ਉਹੀ ਗੱਲ ਹੈ ਵੀ ਉਹਦੀ ਜਿਹੜੀ ਇਹ ਕਿਰਤ ਬਣਦਾ, ਕਿਰਤ ਨਿੰਦਕ ਕਾ ਧੁਰ ਹੀ ਪਿਆ, ਧੁਰ ਤੋਂ ਹੀ ਉਹਦੀ ਜਿਹੜੀ ਇਹ ਕਿਰਤ ਕਰਮ ਬਣ ਗਿਆ। ਨਾਨਕ ਜੋ ਭਾਵੈ ਸੋਈ ਥਿਆ, ਇਹ ਨਾਨਕ ਜੋ ਪਾਉਂਦਾ ਹੈ ਉਹੀ ਫਿਰ ਹੁੰਦਾ ਹੈ। ਸੰਤ ਕਾ ਦੋਖੀ ਬਿਗੜ ਰੂਪ ਹੋਈ ਜਾਈ, ਸੰਤ ਕੇ ਦੋਖੀ ਕੋ ਦਰਗਾਹ ਮਿਲੈ ਸਜਾਈ। ਹੁਣ ਸੰਤ ਕਾ ਦੁਖੀ ਹੈ ਬਿਗੜ ਰੂਪ ਹੋਈ ਜਾਏ, ਉਹਦਾ ਜਿਹੜਾ ਰੂਪ ਹੈ ਉਹ ਤ੍ਰਿਸ਼ਟਿਆ ਜਾਂਦਾ, ਤਰਕਾਰਿਆ ਜਾਂਦਾ, ਫਿਟਕਾਰਯੋਗ ਹੁੰਦਾ। ਤੇ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਈ, ਤੇ ਦਰਗਾਹ ਦੇ ਵਿੱਚ ਉਸ ਨੂੰ ਜਿਹੜੀ ਸਜ਼ਾ ਮਿਲਦੀ ਹੈ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰਹਿ ਨਾ ਜੀਵਾਈਐ। ਉਹ ਫਿਰ ਸਦਾ ਹੀ ਸਹਿਕਦਾ ਰਹਿੰਦਾ ਹੈ, ਸਦਾ ਦੁਖੀ ਰਹੇਗਾ। ਤੇ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ, ਉਹੀ ਗੱਲ ਉਹ ਨਾ ਮਰਿਆਂ ਦੇ ਵਿੱਚ ਤੇ ਨਾ ਜਿਉਂਦਿਆਂ ਦੇ ਵਿੱਚ, ਉਹ ਕਿਸੇ ਵੀ ਕੰਮ ਨਹੀਂ ਹੁੰਦਾ, ਉਹਨੂੰ ਮਰਿਆ ਵੀ ਕੋਈ ਨਹੀਂ ਤੇ ਜਿਉਂਦਾ ਵੀ ਕੋਈ ਕੰਮ ਨਹੀਂ।
ਅਸੀਂ ਕਹਿੰਦੇ ਆ ਵੀ ਕੋਈ ਚੰਗਾ ਕੰਮ ਕਰਦਾ ਵੀ ਭਾਈ ਇਹ ਮਨੁੱਖ ਹੈ, ਫਰਜ਼ ਹੈ। ਬੰਦੇ ਦੇ 4 ਪੜਾਅ ਨੇ, 4 ਤਰੀਕਿਆਂ ਨਾਲ ਬੰਦਾ ਜਿਉਂਦਾ ਹੈ। ਸਭ ਤੋਂ ਪਹਿਲਾਂ ਗੁਰਮੁਖ ਜਨਾਂ ਦੀ ਤਰ੍ਹਾਂ, ਤੇ ਦੂਜਾ ਜਿਹੜਾ ਉਹ ਭਗਤਾਂ ਦੀ ਤਰ੍ਹਾਂ, ਤੀਜਾ ਜਿਹੜਾ ਉਹ ਮਨੁੱਖਤਾ ਦੀ ਤਰ੍ਹਾਂ, ਤੇ ਚੌਥਾ ਪਸ਼ੂਆਂ ਦੀ ਤਰ੍ਹਾਂ। ਜੇਕਰ ਬੰਦੇ ਦੀ ਬਿਰਤੀ ਥੱਲੇ ਨੂੰ ਡਿੱਗ ਪਈ ਹੈ, ਕਰਮ ਬੰਦੇ ਦੇ ਪਸ਼ੂਆਂ ਵਰਗੇ ਬਣ ਚੁੱਕੇ ਨੇ, ਤੇ ਉਹ ਪਸ਼ੂਆਂ ਦੀ ਤਰ੍ਹਾਂ ਜਿਉਂਦਾ ਜਿਉ ਰਿਹਾ। ਜੇਕਰ ਉਹ ਇਨਸਾਨੀਅਤ ਦੇ ਕੰਮ ਕਰਦਾ ਪਿਆ, ਦੂਸਰਿਆਂ ਦੀ ਭਲਾਈ ਦੇ ਕੰਮ ਕਰਦਾ ਪਿਆ, ਉਹ ਇਨਸਾਨੀਅਤ ਤੇ ਜਿਉ ਰਿਹਾ। ਤੇ ਥੋੜਾ ਜਿਹਾ ਉੱਪਰ, ਥੋੜਾ ਜਿਹਾ ਉੱਠ ਜਾਂਦਾ ਇਸ ਚੀਜ਼ ਤੋਂ, ਆਪਣੇ ਨਾਲ ਦੂਸਰਿਆਂ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ, ਉਹ ਫਿਰ ਭਗਤ ਜਨਾਂ ਦੀ, ਦੇਵਤਿਆਂ ਦੀ ਤਰ੍ਹਾਂ ਹੋ ਜਾਂਦਾ ਹੈ। ਇਹੀ ਗੱਲ ਆ ਕਿ ਸਨਾ ਬਲਿਹਾਰੀ ਗੁਰ ਆਪਣੀ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ। ਤੇ ਚੌਥੀ ਜਿਹੜੀ ਬਿਰਤੀ ਹੈ ਉਹ ਹੁੰਦੀ ਹੈ ਵੀ ਇੱਕਮਿਕ ਹੋ ਜਾਣਾ ਰੱਬ ਦੇ ਵਿੱਚ, ਤੇ ਇੱਕਮਿਕ ਹੋ ਜਾਣਾ। ਰਾਮ ਕਬੀਰਾ ਏਕ ਪਏ ਹੈ। ਉਹਦੇ ਵਿੱਚ ਕੋਈ ਦੂਸਰੇ ਦੇ ਜੇਕਰ ਕੋਈ ਬੁਰਾ ਵੀ ਕਰ ਰਿਹਾ ਨਾ, ਉਹ ਉਹਦਾ ਭਲਾ ਹੀ ਸੋਚੇਗਾ, ਆਪਣੇ ਮਨੋਂ ਭਲਾ ਕਰੇਗਾ। ਇੱਕ ਚੀਜ਼ ਵੀ ਕੋਈ ਬੁਰਾ ਕਰਦਾ ਪਿਆ ਉਹਦੇ ਨਾਲ ਬੁਰਾ ਸਲੂਕ ਕਰਨਾ, ਕੋਈ ਭਲਾ ਕਰਦਾ ਪਿਆ ਤੁਹਾਡੇ ਨਾਲ ਭਲਾ ਸਲੂਕ, ਦੂਸਰਿਆਂ ਦੇ ਬਾਰੇ ਸੋਚਣਾ ਸ਼ੁਰੂ। ਤੇ ਇੱਕ ਉਹ ਵੀ ਭਾਵੇਂ ਕੋਈ ਬੁਰਾ ਕਰੇ ਭਾਵੇਂ ਕੋਈ ਭਲਾ ਕਰੇ, ਉਹਨੇ ਸਦਾ ਹੀ ਭਲਾ ਹੀ ਕਰਨਾ ਹੈ, ਕਿਉਂਕਿ ਸਾਰਿਆਂ ਦੇ ਵਿੱਚੋਂ ਉਹ ਰੱਬ ਵੇਖ ਰਹੇ, ਸਾਰਿਆਂ ਦੇ ਵਿੱਚੋਂ ਉਹ ਪਰਮਾਤਮਾ ਨੂੰ ਵੇਖਦਾ ਹੈ, ਪਰਮਾਤਮਾ ਨਜ਼ਰ ਆਉਂਦਾ ਹੈ। ਤੇ ਇਨਸਾਨੀਅਤ ਦੀ ਤਰ੍ਹਾਂ ਜਿਉਣਾ ਇਹ ਸਾਡਾ ਫਰਜ਼ ਹੈ। ਮਨੁੱਖ ਨੂੰ ਮਨੁੱਖਤਾ ਜਨਮ ਮਿਲਿਆ ਵੀ ਮਨੁੱਖ ਦੀ ਤਰ੍ਹਾਂ ਜਿਉਈਏ। ਦੂਜੀਆਂ ਜੂਨਾਂ ਭਟਕਦੀਆਂ ਪਈਆਂ ਨੇ, ਉਹ ਆਪਣੀ ਤਰ੍ਹਾਂ ਜਿਉ ਰਹੀਆਂ ਨੇ, ਪਸ਼ੂ ਆਪਣੀ ਤਰ੍ਹਾਂ ਜਿਉ ਰਹੇ ਨੇ। ਪਰ ਜੇਕਰ ਸਾਨੂੰ ਜਨਮ ਮਿਲਿਆ, ਫਿਰ ਅਸੀਂ ਕਿਉਂ ਨਹੀਂ ਆਪਣੇ ਤਰ੍ਹਾਂ ਜਿਉ ਸਕਦੇ? ਅਸੀਂ ਕਰਮ ਕਿਉਂ ਪਸ਼ੂਆਂ ਵਾਲੇ ਕਰਦੇ ਆ? ਇਹੀ ਤਰੀਕਾ ਵੀ ਆਖਣ ਲੱਗੇ ਵੀ ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈਐ, ਨਾ ਉਹ ਮਰਿਆਂ ਦੇ ਵਿੱਚ ਹੈ ਤੇ ਨਾ ਉਹ ਜਿਉਂਦਿਆਂ ਦੇ ਵਿੱਚ ਹੈ। ਸੰਤ ਕੇ ਦੋਖੀ ਕੀ ਪੁਜੈ ਨਾ ਆਸਾ, ਸੰਤ ਕਾ ਦੋਖੀ ਉਠ ਚਲੈ ਨਿਰਾਸਾ। ਹੁਣ ਉਹਦੀ ਕੋਈ ਇਹ ਆਸ ਪੂਰੀ ਨਹੀਂ ਹੁੰਦੀ। ਹੁਣ ਨਿੰਦਿਆ ਕਰਨ ਵਾਲਾ ਦੁਖੀ ਹੈ ਜਿਹੜਾ, ਉਹ ਦੂਸਰੇ ਦਾ ਸਦਾ ਮਾੜਾ ਚਾਹੇਗਾ। ਤੇ ਕਦੇ ਇਹ ਹੋਇਆ ਵੀ ਕਿਸੇ ਦੇ ਕਹਿਣ ਦੇ ਨਾਲ ਦੂਜਾ ਮਾੜਾ ਹੋਇਆ ਹੋਵੇ ਦੂਸਰੇ ਦੇ ਨਾਲ? ਹੁਣ ਨਿੰਦਕ ਤੇ ਸਦਾ ਇਹ ਚਾਹੇਗਾ ਨਾ ਵੀ ਦੂਸਰਾ ਸਦਾ ਦੁਖੀ ਰਹੇ, ਪਰ ਉਹ ਦੂਸਰੇ ਦੇ ਸੁੱਖ ਨੂੰ ਵੇਖ ਕੇ ਵੀ ਦੁਖੀ ਹੁੰਦਾ ਹੈ। ਅਗਲਾ ਜਦੋਂ ਦੁਖੀ ਹੋਵੇਗਾ ਵੀ ਦੁੱਖ ਨੂੰ ਵੇਖ ਕੇ ਉਹ ਖੁਸ਼ ਹੋ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਵੀ ਆਖਣ ਲੱਗੇ ਵੀ ਜਿਹੜੀ ਇਹਦੇ ਮਨ ਦੇ ਵਿੱਚ ਆਸਾ ਹੁੰਦੀ ਹੈ, ਮੁਰਾਦ ਹੁੰਦੀ ਹੈ, ਇਹ ਮੁਰਾਦ ਪੂਰੀ ਨਹੀਂ ਹੁੰਦੀ। ਸੰਤ ਕਾ ਦੋਖੀ ਉੱਠ ਚਲੇ ਨਿਰਾਸ਼ਾ, ਤੇ ਉਹ ਨਿਰਾਸ਼ ਹੋ ਕੇ ਹੀ ਇੱਥੋਂ ਚਲਾ ਜਾਂਦਾ ਹੈ। ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਨਿਰਾਸ਼ਤਾ ਆਪਣੇ ਨਾਲ ਲੈ ਕੇ ਸੰਸਾਰ ਤੋਂ ਜਾਂਦਾ ਹੈ। ਸੰਤ ਕੈ ਦੋਖੀ ਨਾ ਤ੍ਰਿਸ਼ਟੈ ਕੋਈ, ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਈ, ਜੈਸਾ ਪਾਵੈ ਤੈਸਾ ਕੋਈ ਹੋਈ। ਹੁਣ ਸੰਤ ਦਾ ਜਿਹੜਾ ਦੋਖੀ ਹੈ ਉਹ ਤ੍ਰਿਪਤ ਨਹੀਂ ਹੈ। ਤ੍ਰਿਸ਼ਟਾ ਦਾ ਅਰਥ ਤ੍ਰਿਪਤੀ ਆ ਜਾਣਾ, ਰੱਜਦਾ ਨਹੀਂ, ਕਦੇ ਵੀ ਤ੍ਰਿਪਤੀ ਨਹੀਂ। ਜੈਸਾ ਭਾਵੈ ਤੈਸਾ ਕੋਈ ਹੋਏ, ਜਿਹੋ ਜੇ ਉਸ ਪਰਮਾਤਮਾ ਨੂੰ ਭਾਉਂਦਾ ਹੈ ਉਹੋ ਜਿਹਾ ਉਹ ਬਣ ਜਾਂਦਾ ਹੈ। ਤੇ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਜਿਹੜੇ ਅਰਥ ਕੀਤੇ ਨੇ, ਉਹਨਾਂ ਕੀਤੇ ਨੇ ਵੀ ਜਿਹੋ ਜਿਹੇ ਬੰਦੇ ਦੇ ਕੰਮ ਹੋਣਗੇ ਉਹੋ ਜਿਹਾ ਮਨੁੱਖ ਬਣ ਜਾਂਦਾ ਹੈ, ਉਹੋ ਜਿਹਾ ਮਨੁੱਖ ਬਣਦਾ ਹੈ। ਤੇ ਦੋ ਵੀ ਅਰਥ ਸਹੀ ਨੇ। ਜੈਸਾ ਭਾਵ ਹੈ, ਜਿਹੋ ਜਿਹਾ ਪਰਮਾਤਮਾ ਨੂੰ ਭਾਉਂਦਾ ਉਹੋ ਜਿਹਾ ਉਹਦਾ ਜੀਵਨ ਬਣ ਜਾਂਦਾ ਹੈ, ਉਹੋ ਜਿਹਾ ਹੋ ਜਾਂਦਾ ਹੈ। ਪਿਆ ਕਿਰਤ ਨਾ ਮਿਟੈ ਕੋਈ, ਨਾਨਕ ਜਾਣੈ ਸੱਚਾ ਸੋਈ। ਹੁਣ ਕੀਤੇ ਹੋਏ ਕਰਮ, ਕੀਤੀ ਹੋਈ ਜਿਹੜੀ ਕਿਰਤ ਹੈ, ਇਸ ਨੂੰ ਕੋਈ ਮੇਟ ਨਹੀਂ ਸਕਦਾ।
ਤੇ ਨਾਨਕ ਜਾਣੈ ਸੱਚਾ ਸੋਏ। ਇਹ ਜਿਹੜੀ ਗੱਲ ਹੈ ਉਹ ਮਾਲਕ ਪਰਮਾਤਮਾ ਹੀ ਜਾਣਦਾ ਹੈ, ਸਭਨਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਜਾਣਦਾ ਨਹੀਂ। ਸਭ ਘਟ ਤਿਸ ਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਸਾਰੇ ਹੀ ਸਰੀਰ, ਸਾਰੇ ਹੀ ਜੀਵ ਉਸ ਮਾਲਕ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ, ਉਹ ਕਰਨਹਾਰ ਹੈ। ਸਦਾ ਸਦਾ ਤਿਸ ਕੋ ਨਮਸਕਾਰ। ਉਸ ਮਾਲਕ ਪਰਮਾਤਮਾ ਨੂੰ ਸਦਾ ਹੀ ਨਮਸਕਾਰ ਕਰੋ, ਉਹਨੂੰ ਸਦਾ ਹੀ ਮੱਥਾ ਟੇਕੋ, ਬੰਦਨਾ ਕਰੋ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਤੇ ਆਵੋ ਸਾਸ ਗਿਰਾਸ। ਭਾਈ ਦਿਨ ਰਾਤ ਉਸ ਪਰਮਾਤਮਾ ਦੀ ਉਸਤਤ ਕਰਿਆ ਕਰੋ, ਉਸ ਦੀ ਵਡਿਆਈ ਕਰੋ। ਤਿਸੈ ਤੇ ਆਵੋ ਸਾਸ ਗਿਰਾਸ। ਸਾਸ ਦਾ ਅਰਥ ਸਾਹ ਦਾ ਬਾਹਰ ਆਉਣਾ, ਗਿਰਾਸ ਦਾ ਅਰਥ ਅੰਦਰ ਜਾਣਾ। ਸਾਹ ਆ ਰਿਹਾ ਜਾ ਰਿਹਾ, ਹਰ ਵਾਰੀ ਉਸ ਮਾਲਕ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖੋ, ਉਸ ਦਾ ਸਿਮਰਨ ਕਰੋ। ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੀ ਤੈਸਾ ਕੋ ਥੀਆ। ਜਿਹੋ ਜਿਹਾ ਉਹ ਮਾਲਕ ਪਰਮਾਤਮਾ ਕਰ ਰਿਹਾ ਹੈ, ਉਹੋ ਜਿਹਾ ਸੰਸਾਰ ਦੇ ਉੱਤੇ ਹੋ ਰਿਹਾ ਹੈ। ਉਹੀ ਕੁਝ ਸੰਸਾਰ ਦੇ ਉੱਤੇ ਭਾਣਾ ਵਰਤ ਰਿਹਾ ਜਿਹੋ ਜਿਹਾ ਮਾਲਕ ਪਰਮਾਤਮਾ ਕਰਦਾ ਹੈ। ਸਭ ਕੁਛ ਵਰਤ ਹੈ, ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ। ਤਿਸ ਕਾ ਕੀਆ, ਉਹਦਾ ਹੀ ਕੀਤਾ ਹੋ ਰਿਹਾ ਹੈ। ਜੈਸਾ ਕਰੇ ਤੈਸਾ ਹੋਤੀ ਹੈ। ਜਿਹੋ ਜਿਹਾ ਉਹ ਕਰਦਾ ਹੈ ਉਹੋ ਜਿਹਾ ਹੁੰਦਾ ਹੈ। ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹਿ ਵਿਚਾਰ। ਆਪ ਹੀ ਜਗਤ ਰੂਪੀ ਖੇਲ ਨੂੰ ਤਿਆਰ ਕਰਦਾ ਹੈ, ਆਪ ਹੀ ਕਰਨ ਵਾਲਾ ਹੈ। ਦੂਸਰ ਕੌਣ ਕਹਿ ਵਿਚਾਰ। ਹੁਣ ਉਹ 'ਤੇ ਦੂਸਰਾ ਕੀ ਵਿਚਾਰ ਦੇ ਸਕਦਾ ਹੈ, ਦੂਸਰਾ ਕੀ ਦੱਸ ਸਕਦਾ ਹੈ। ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੀ, ਵਡ ਭਾਗੀ ਨਾਨਕ ਜਨ ਸੀ। ਜਿਹਦੇ ਉੱਤੇ ਮਾਲਕ ਪਰਮਾਤਮਾ ਕਿਰਪਾ ਕਰ ਦੇਵੇ, ਰਹਿਮਤ ਕਰ ਦੇਵੇ, ਉਹਨੂੰ ਉਹ ਆਪਣਾ ਨਾਮ ਦੇ ਦਿੰਦਾ, ਨਾਮ ਦੀ ਬਖਸ਼ਿਸ਼ ਕਰਦਾ ਹੈ। ਬੜਭਾਗੀ ਨਾਨਕ ਜਨ ਸੇ। ਇਹ ਨਾਨਕ ਉਹ ਜਿਹੜੇ ਜਨ ਨੇ ਵੱਡੀਆਂ ਭਾਗਾਂ ਵਾਲੇ ਨੇ, ਜਿਹਨੂੰ ਇਹ ਨਾਮ ਦੀ ਦਾਤ ਦਿੰਦਾ ਹੈ। ਸੋ ਪਿਆਰ ਵਾਲਿਓ, ਅਸੀਂ ਸਭ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠੇ ਹਾਂ। ਸਾਡੇ 'ਤੇ ਵੀ ਇੱਕ ਕਿਰਪਾ ਹੈ, ਰਹਿਮਤ ਹੈ, ਬਖਸ਼ਿਸ਼ ਹੈ। ਇਹ ਗੁਰੂ ਦੀ ਸੰਗਤ ਵੀ ਇੱਕ ਬਖਸ਼ਿਸ਼ ਹੈ, ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੋਵੇਗੀ। ਇਹੀ ਬਖਸ਼ਿਸ਼ ਹੈ ਨਾ ਵੀ ਸਾਨੂੰ ਜਿਸੈ ਬੜਭਾਗੀ ਨਾਨਕ ਜਨ ਸੇ, ਵੱਡੇ ਭਾਗਾਂ ਵਾਲੇ ਇਹ ਨਾਨਕ ਜਨ ਸੇ। ਉਹ ਸੇਵਕ ਵੱਡੇ ਭਾਗਾਂ ਵਾਲੇ ਨੇ ਜਿਹਨੂੰ ਉਹ ਨਾਮ ਦੀ ਦਾਤ ਦੇ ਰਿਹਾ ਹੈ। ਇਹ ਸੰਗਤ ਵੱਡਿਆਂ ਭਾਗਾਂ ਵਾਲੇ ਆ ਜਿਹਦੇ ਵਿੱਚ ਬਹਿ ਕੇ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਨ ਦਾ ਇੱਕ ਯਤਨ ਕਰ ਰਹੇ ਹਾਂ, ਚੇਤਾ ਕਰ ਰਹੇ ਹਾਂ। ਇਹਦੇ ਸਾਡੇ 'ਤੇ ਉਸ ਮਾਲਕ ਦੀ ਕਿਰਪਾ ਹੈ, ਰਹਿਮਤ ਹੈ। ਸੋ ਪਿਆਰ ਵਾਲਿਓ, ਇਹ ਕੋਸ਼ਿਸ਼ ਕਰੀਏ, ਯਤਨ ਕਰੀਏ। 2 ਟਾਈਮ ਸਾਡੀ ਸਤ ਸੰਗਤ ਹੈ, ਸਵੇਰ ਵੇਲੇ ਤੇ ਸ਼ਾਮ ਵੇਲੇ ਦੀ। ਮੁਸਲਮਾਨ ਵੀਰਾਂ ਦੀ ਤਾਂ 5 ਟਾਈਮ ਦੀ ਨਮਾਜ਼ ਹੈ ਨਾ, ਤੇ ਜਿਹੜਾ 5 ਟਾਈਮ ਨਮਾਜ਼ ਕਰਦਾ ਹੈ ਉਹਨੂੰ ਅਸੀਂ ਪੱਕਾ ਮੁਸਲਮਾਨ ਕਹੀਦਾ ਵੀ ਉਹ ਪੱਕਾ ਮੁਸਲਮਾਨ ਹੈ। ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ, ਉਹ ਕਦੇ ਵੀ ਆਪਣੇ ਰੂਟੀਨ ਨਹੀਂ ਤੋੜਦੇ ਹੈਗੇ। ਭਾਵੇਂ ਰਸਤੇ ਦੇ ਵਿੱਚ ਜਾ ਰਹੇ ਹੋਣ ਨਾ, ਕਿਤੇ ਵੀ ਹੋਣ, ਉਹ ਆਪਣੀ ਨਮਾਜ਼ ਸਮੇਂ 'ਤੇ ਅਦਾ ਕਰਦੇ ਨੇ। ਪਰ ਸਾਡੇ ਲਈ ਇੱਕ ਸਵਾਲ ਹੈ, ਸਾਨੂੰ ਤੇ ਗੁਰੂ ਨੇ 2 ਟਾਈਮ ਸੰਗਤ ਬਖਸ਼ੀ ਹੈ, ਸਵੇਰ ਵੇਲੇ ਤੇ ਸ਼ਾਮ ਵੇਲੇ। ਤੇ ਇਸ ਟਾਈਮ ਬੰਦਾ ਦੋਵੇਂ ਟਾਈਮ ਕਾਰਜਾਂ ਤੋਂ ਫਰੀ ਹੁੰਦਾ ਹੈ। ਦਿਨੇ ਹੀ ਬੰਦੇ ਦੇ ਕੰਮ ਹੁੰਦੇ ਨਾ, ਦਿਨੇ ਅੰਮ੍ਰਿਤ ਵੇਲੇ ਤੇ ਸ਼ਾਮ ਵੇਲੇ ਵੀ। ਪਰ ਫਿਰ ਵੀ ਅਸੀਂ ਸੰਗਤ ਕਰਨ ਤੋਂ ਗੁਰੇਜ਼ ਕਰਦੇ ਹਾਂ। ਸੋ ਕੋਸ਼ਿਸ਼ ਕਰੀਏ, ਯਤਨ ਕਰੀਏ। ਵੀ ਮੈਂ ਹਰ ਵਾਰੀ ਇਹ ਬੇਨਤੀ ਕਰਦਾ ਹੁੰਦਾ ਵੀ ਯਤਨ ਇਹ ਕਰੀਏ ਵੀ ਜਿੰਨੇ ਕੁ ਪਰਿਵਾਰ ਬੈਠੇ ਆ, ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਵੀ ਆਉਣਾ ਸ਼ੁਰੂ ਕਰਦੀ ਹੈ ਨਾ। ਜੇਕਰ ਪਰਿਵਾਰ ਦੇ 2 ਮੈਂਬਰ ਨੇ, 3 ਮੈਂਬਰ ਨੇ, ਸਾਡੀ ਵਾਰੀ ਤੀਜੇ ਜਾਂ ਚੌਥੇ ਦਿਨ ਹੁੰਦੀ ਹੈ। ਪਰ ਕਰੀਏ ਡੇਲੀ। ਹੌਲੀ ਹੌਲੀ ਜਿਵੇਂ ਜਿਵੇਂ ਪ੍ਰੇਮ ਬਣੇਗਾ,
ਜਿਵੇਂ ਜਿਵੇਂ ਕਿਰਪਾ ਵੱਧਦੀ ਜਾਵੇਗੀ, ਗੁਰੂ ਕਿਰਪਾ ਕਰਦਾ ਜਾਵੇਗਾ, ਅਸੀਂ ਇਹ ਸੰਗਤ ਕਰਦੇ ਰਹਾਂਗੇ। ਇਹ ਗੁਰੂ ਦੀ ਬਖਸ਼ਿਸ਼ ਹੈ। ਸੋ ਬਖਸ਼ਿਸ਼ ਖਾਲੀ ਨਾ ਜਾਣਦੀ ਹੈ। ਜੇਕਰ ਕੋਈ ਗੁਰੂ ਬਖਸ਼ਿਸ਼ ਕਰਦਾ ਪਿਆ, ਇਸ ਬਖਸ਼ਿਸ਼ ਨੂੰ ਆਨੰਦ ਤੇ ਲਈਏ ਨਾ, ਪ੍ਰਾਪਤ ਤੇ ਕਰੀਏ। ਸੋ ਸਤਿਗੁਰੂ ਜੀ ਕਿਰਪਾ ਕਰਦੇ, ਬੜਭਾਗੀ ਨਾਨਕ ਜਨ ਸੇ। ਹੈ ਨਾਨਕ, ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹਨੂੰ ਗੁਰੂ ਤਰੁੱਠ ਕੇ ਨਾਮ ਦੀ ਦਾਤ ਬਖਸ਼ਦਾ ਹੈ, ਤੇ ਨਾਮ ਦੀ ਦਾਤ ਸੰਗਤ ਦੇ ਵਿੱਚੋਂ ਮਿਲਦੀ ਹੈ। ਅਸੀਂ ਭਾਗਾਂ ਵਾਲੇ ਹਾਂ, ਵੱਡੇ ਭਾਗ ਨੇ ਸਾਡੇ। ਸੋ ਪਿਆਰ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣ। 13 ਅਸ਼ਟਪਦੀਆਂ ਦੀ ਸਮਾਪਤੀ ਹੈ। 14ਵੀਂ ਜਿਹੜੀ ਅਸ਼ਟਪਦੀ ਹੈ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਬੁਲਾਓ ਜੀ, ਫਤਿਹ ਆਖੋ ਜੀ, ਵਾਹਿਗੁਰੂ।